ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਯੂਕਰੇਨ ਤੇ ਰਸ਼ੀਆ ਦਾ ਹਮਲੇ ਖਿਲਾਫ ਰਸ਼ੀਆ ਵਿੱਚ ਹਜ਼ਾਰਾਂ ਵੱਲੋਂ ਪ੍ਰਦਰਸ਼ਨ ਤਾਂ ਹਿਰਾਸਤ ਦੇ ਵਿੱਚ ਵੀ ਲਏ ਜਾ ਰਹੇ ਨੇ ਪ੍ਰਦਰਸ਼ਨਕਾਰੀ। ਕੈਨੇਡਾ ਨੇ ਇਸ ਦੇ ਉੱਤੇ ਕੀ ਕਿਹਾ ਦੱਸਾਂਗੇ ਖਬਰਾਂ ਵਿੱਚ। ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਕਿਹੜੇ ਹਿੱਸਿਆਂ ਲਈ ਬਰਫੀਲਾ ਤੂਫਾਨ ਤੇ ਕੜਾਕੇ ਦੀ ਠੰਡ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ, ਇਸ ਦੇ ਬਾਰੇ ਵੀ ਦੱਸਾਂਗੇ। ਓਨਟਾਰੀਓ ਦੇ ਓਕਵਿਲ ਤੋਂ ਇੱਕ ਸਿਨੇਮਾ ਘਰ ਵਿੱਚ 2 ਜਣਿਆਂ ਨੇ ਆ ਕੇ ਫਾੜ ਦਿੱਤੀਆਂ ਸਕਰੀਨਸ, ਲੱਭਣ ਦੇ ਲਈ ਸਹਿਯੋਗ ਦੀ ਮੰਗ। ਟੋਰਾਂਟੋ ਦੇ ਕਿਹੜੇ ਬੰਦ ਹੋ ਰਹੇ ਵਪਾਰ ਨੂੰ ਡਰੇਕ ਨੇ ਖਰੀਦਣ ਦੇ ਲਈ ਕਿਹਾ, ਇਸ ਦੇ ਬਾਰੇ ਵੀ ਖਬਰਾਂ ਵਿੱਚ ਦੱਸਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਤਾਜ਼ਾ ਬਿਆਨ, ਜਾਣੋ ਕਿਹਨਾਂ ਦੀਆਂ ਅਰਜ਼ੀਆਂ ਦੇ ਉੱਤੇ ਇਸ ਸਮੇਂ ਪਹਿਲ ਦੇ ਆਧਾਰ ਦੇ ਉੱਤੇ ਕੰਮ ਹੋਣ ਦਾ ਕੀਤਾ ਦਾਅਵਾ। ਓਨਟਾਰੀਓ ਵਿੱਚ ਅੱਜ ਪੀਐਨਪੀ ਦਾ ਤਾਜ਼ਾ ਡਰਾਅ ਕੱਢਿਆ ਗਿਆ, ਇਸ ਦੇ ਬਾਰੇ ਵੀ ਦਵਾਂਗੇ ਜਾਣਕਾਰੀ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ, ਜੋ ਕਿ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਹੈ ਤੇ ਕਾਫੀ ਗਿਣਤੀ ਵਿੱਚ ਦੇਸ਼ ਯੂਕਰੇਨ ਦੇ ਨਾਲ ਨੇ, ਤਾਂ ਕਈ ਰਸ਼ੀਆ ਨੂੰ ਵੀ ਸਮਰਥਨ ਦੇ ਰਹੇ ਨੇ। ਕੈਨੇਡਾ ਯੂਕਰੇਨ ਨੂੰ ਸਮਰਥਨ ਦੇ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੀ ਨਿਖੇਧੀ ਵੀ ਕੀਤੀ ਹੈ ਕਿ ਜੋ ਰਸ਼ੀਆ ਦੇ ਵੱਲੋਂ ਕਦਮ ਚੁੱਕਿਆ ਗਿਆ ਹੈ। ਤਾਂ ਦੂਜੇ ਪਾਸੇ ਰਸ਼ੀਆ ਦੇ ਵਿੱਚੋਂ ਵੀ ਵੱਡੀ ਗਿਣਤੀ ਨਾਗਰਿਕ ਇਸ ਹਮਲੇ ਦਾ ਵਿਰੋਧ ਕਰਦੇ ਹੋਏ ਪ੍ਰਦਰਸ਼ਨ ਕਰ ਰਹੇ ਨੇ, ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਜਾ ਰਿਹਾ ਹੈ। ਸੈਂਕੜਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਨੇ ਜੋ ਕਿ ਇਹ ਪ੍ਰਦਰਸ਼ਨ ਕਰ ਰਹੇ ਨੇ ਕਿ ਜੋ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਹਮਲੇ ਦਾ ਫੈਸਲਾ ਲਿਆ, ਅਜਿਹਾ ਨਾ ਕੀਤਾ ਜਾਵੇ, ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਸ਼ੀਆ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ ਤੇ ਨਾਲ ਹੀ ਯੂਕਰੇਨ ਨੂੰ ਕੈਨੇਡਾ ਨੇ ਜੋ ਫੌਜੀ ਵੀ ਭੇਜੇ ਨੇ, ਮਦਦ ਭੇਜੀ ਜਾ ਰਹੀ ਹੈ। ਤੇ ਇਸ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿਸ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਕਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਫਿਲਮਾਂ ਦੇ ਵਿੱਚੋਂ ਵੀ ਕੱਟ ਕੇ ਪਾਈਆਂ ਜਾ ਰਹੀਆਂ ਨੇ। ਤਾਂ ਹਰ ਵੀਡੀਓ ਦੇ ਉੱਤੇ ਯਕੀਨ ਵੀ ਨਾ ਕੀਤਾ ਜਾਵੇ, ਕਿਉਂਕਿ ਕੁਝ ਵਿਊਜ਼ ਦੇ ਖਾਤਰ ਕਈਆਂ ਦੇ ਵੱਲੋਂ ਜਾਲੀ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਕੁਝ ਫਿਲਮਾਂ ਦੇ ਵਿੱਚੋਂ ਕੱਟ ਕੇ ਕਿ ਇਹ ਯੂਕਰੇਨ ਦੇ ਹਾਲਾਤ ਨੇ ਇਸ ਸਮੇਂ ਜੋ ਰਸ਼ੀਆ ਨੇ ਹਮਲਾ ਕੀਤਾ ਹੈ, ਪਰ ਉਹ ਅਸਲ ਸੱਚ ਨਹੀਂ ਹੈ। ਜਿਸ ਸੰਬੰਧੀ ਇਸ ਦੀ ਪਛਾਣ ਜ਼ਰੂਰ ਕੀਤੀ ਜਾਵੇ ਕਿ ਜੋ ਵੀਡੀਓ ਤੁਸੀਂ ਅੱਗੇ ਸਾਂਝੀ ਕਰ ਰਹੇ ਹੋ ਤੇ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਕਿਤੇ ਉਹ ਜਾਲੀ ਤਾਂ ਨਹੀਂ ਹੈ। ਤੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਅਜਿਹਾ ਵੀ ਹੋ ਰਿਹਾ ਹੈ, ਪਰ ਜੋ ਇਸ ਸਮੇਂ ਦੇ ਹਾਲਾਤ ਨੇ ਉਸ ਬਾਰੇ ਜੋ ਅਪਡੇਟ ਵੀ ਸਾਹਮਣੇ ਆ ਰਹੀ ਹੈ, ਉਸ ਦੇ ਵਿੱਚ ਕਈ ਲੋਕ ਮਦਦ ਦੀ ਗੁਹਾਰ ਵੀ ਲਗਾ ਰਹੇ ਨੇ ਤੇ ਕਈ ਦੇਸ਼ ਇਸ ਸਮੇਂ ਮਦਦ ਦੇ ਵਾਸਤੇ ਅੱਗੇ ਆਉਣ ਦਾ ਦਾਅਵਾ ਵੀ ਕਰ ਰਹੇ ਨੇ। ਪਰ ਅੱਗੇ ਹਾਲਾਤ ਕੀ ਬਣਨਗੇ, ਨਾਲ ਦੀ ਨਾਲ ਜੇਕਰ ਕੋਈ ਹੋਰ ਅਪਡੇਟ ਹੁੰਦੀ ਹੈ ਤਾਂ ਤੁਹਾਨੂੰ ਦੱਸਾਂਗੇ। ਤੇ ਇਸ ਨਾਲ ਹੀ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ। This morning, Ukrainians woke up to the brutal, terrifying reality of war. President Putin has launched a horrific, unprovoked attack on their country, a sovereign nation, including missile strikes in their capital, Kiev. He has needlessly put the lives of innocent people at risk, violated Russia's international treaties, and launched the greatest threat to European stability since World War II. Canada is unequivocal in our condemnation of Russia's unprovoked and unjustified attack on the sovereign, democratic state of Ukraine. ਤਾਂ ਉਧਰ ਦੱਖਣੀ ਓਨਟਾਰੀਓ ਦੇ ਵਿੱਚ ਅੱਜ ਰਾਤ ਤੇ ਕੱਲ ਸਵੇਰ ਤੱਕ ਬਰਫੀਲਾ ਤੂਫਾਨ ਤੇ ਬਰਫ਼ਬਾਰੀ ਦੇ ਬਾਰੇ ਜੋ ਚੇਤਾਵਨੀ ਦਿੱਤੀ ਗਈ ਹੈ ਤੁਹਾਨੂੰ ਹੁਣ ਦੱਸਦੇ ਹਾਂ। ਓਨਟਾਰੀਓ ਦੇ ਦੱਖਣੀ ਹਿੱਸੇ ਵਾਸਤੇ ਚੇਤਾਵਨੀ ਦਿੱਤੀ ਗਈ ਹੈ ਬਰਫੀਲੇ ਤੂਫਾਨ ਨੂੰ ਲੈ ਕੇ। ਅੱਜ ਰਾਤ ਤੋਂ ਕੱਲ ਸਵੇਰ ਤੱਕ ਬਰਫੀਲਾ ਤੂਫਾਨ ਆ ਸਕਦਾ ਹੈ। ਟਰੈਵਲ ਨੂੰ ਲੈ ਕੇ ਵੀ ਸਲਾਹ ਦਿੱਤੀ ਗਈ ਹੈ ਕਿ ਗੈਰ ਜ਼ਰੂਰੀ ਟਰੈਵਲ ਨਾ ਕੀਤਾ ਜਾਵੇ, ਕਿਉਂਕਿ ਬਰਫ਼ਬਾਰੀ ਦੇ ਕਰਕੇ ਸੜਕਾਂ ਦੇ ਉੱਤੇ ਹਾਲਾਤ ਖਤਰਨਾਕ ਹੋ ਸਕਦੇ ਨੇ, ਜਿਸ ਕਰਕੇ ਡਰਾਈਵਰ ਗੈਰ ਜ਼ਰੂਰੀ ਟਰੈਵਲ ਇਸ ਸਮੇਂ ਨਾ ਕਰਨ, ਜਿਸ ਦੇ ਬਾਰੇ ਇਨਵਾਇਰਨਮੈਂਟ ਕੈਨੇਡਾ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 5 ਤੋਂ 10 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ ਹੋ ਸਕਦੀ ਹੈ ਕਈ ਹਿੱਸਿਆਂ ਵਿੱਚ, ਤੇ ਕੁਝ ਥਾਵਾਂ ਦੇ ਉੱਤੇ 15 ਸੈਂਟੀਮੀਟਰ ਤੱਕ ਵੀ ਬਰਫ਼ਬਾਰੀ ਹੋ ਸਕਦੀ ਹੈ, ਜਿਸ ਦੇ ਵਿੱਚ ਕਾਰਨਵਾਲ, ਟਵੀਟ, ਕਿੰਗਸਟਨ ਇਹ ਹਿੱਸੇ ਆਉਂਦੇ ਨੇ, ਜਿੱਥੇ ਕਿ 15 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਜਾਣਕਾਰੀ ਦਿੱਤੀ ਗਈ ਹੈ ਸ਼ੁੱਕਰਵਾਰ ਦੀ ਦੁਪਹਿਰ ਤੱਕ। ਤੇ ਇਸ ਦੇ ਨਾਲ ਹੀ ਤਾਪਮਾਨ ਵੀ ਕਾਫੀ ਜ਼ਿਆਦਾ ਹੇਠਾਂ ਜਾ ਸਕਦਾ ਹੈ। ਸ਼ੁੱਕਰਵਾਰ ਦੀ ਰਾਤ ਨੂੰ -16 ਡਿਗਰੀ ਤੱਕ ਤਾਪਮਾਨ ਜਾ ਸਕਦਾ ਹੈ, ਜੋ ਕਿ ਮਹਿਸੂਸ -22 ਡਿਗਰੀ ਸੈਲਸੀਅਸ ਤੱਕ ਹੋਵੇਗਾ ਸ਼ਨੀਵਾਰ ਦੀ ਸਵੇਰ ਤੱਕ, ਜਿਸ ਨੂੰ ਲੈ ਕੇ ਵੀਕਐਂਡ ਦੇ ਲਈ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤੇ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਖੇਤਰ ਦੇ ਵਿੱਚ ਵੀ ਕੜਾਕੇ ਦੀ ਠੰਡ ਪੈਣ ਸੰਬੰਧੀ ਚੇਤਾਵਨੀ ਦਿੱਤੀ ਗਈ ਹੈ ਤੇ ਡਰਾਈਵ BC ਨੇ ਡਰਾਈਵਰਾਂ ਦੇ ਵਾਸਤੇ ਕੀ ਕਿਹਾ ਹੈ ਉਹ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਾਂਗੇ।
ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਖੇਤਰ ਦੇ ਵਾਸਤੇ ਡਰਾਈਵ BC ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ, ਜਿਸ ਦੇ ਵਿੱਚ ਵੀਰਵਾਰ ਦੀ ਅੱਧੀ ਰਾਤ ਤੋਂ ਸੜਕਾਂ ਦੇ ਹਾਲਾਤ ਖਰਾਬ ਹੋ ਸਕਦੇ ਨੇ ਕਿਉਂਕਿ ਮੌਸਮ ਖਰਾਬ ਹੋ ਰਿਹਾ ਹੈ, ਜਿਸ ਨੂੰ ਲੈ ਕੇ ਇਹ ਚੇਤਾਵਨੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਅੱਧੀ ਰਾਤ ਤੋਂ ਜੇਕਰ ਕੋਈ ਸੜਕਾਂ ਦੇ ਉੱਤੇ ਟਰੈਵਲ ਕਰਨਾ ਚਾਹੁੰਦਾ ਹੈ ਤੇ ਉਹ ਗੈਰ ਜ਼ਰੂਰੀ ਹੈ ਤਾਂ ਉਸ ਤੋਂ ਗੁਰੇਜ਼ ਹੀ ਕੀਤਾ ਜਾਵੇ ਸੁਰੱਖਿਆ ਦੇ ਮੱਦੇਨਜ਼ਰ। ਜੋ ਕਿ ਦੱਸਿਆ ਗਿਆ ਹੈ ਕਿ ਜੋ ਬਰਫ਼ ਪੈ ਰਹੀ ਹੈ ਤੇ ਬਰਫ਼ ਪੈਣ ਦੇ ਬਾਰੇ ਅੱਧੀ ਰਾਤ ਤੋਂ ਦੱਸਿਆ ਗਿਆ ਹੈ ਉਹ ਸੜਕਾਂ ਦੇ ਉੱਤੇ ਮੌਜੂਦ ਹੋਵੇਗੀ ਤੇ ਜ਼ਿਆਦਾ ਠੰਡ ਦੇ ਕਰਕੇ ਉਹ ਬਲੈਕ ਆਈਸ ਦੇ ਵਿੱਚ ਵੀ ਤਬਦੀਲ ਹੋ ਸਕਦੀ ਹੈ, ਜੋ ਕਿ ਵਾਹਨਾਂ ਦੇ ਵਾਸਤੇ ਖਤਰਨਾਕ ਹੋ ਸਕਦਾ ਹੈ ਕਿਉਂਕਿ ਪਹਿਲਾਂ ਵੀ ਜਦੋਂ ਬਰਫ਼ਬਾਰੀ ਹੋਈ ਸੀ ਤਾਂ ਹਾਈਵੇ ਦੇ ਉੱਤੇ ਕਈ ਸੜਕ ਹਾਦਸੇ ਵਾਪਰਨ ਦੇ ਮਾਮਲੇ ਸਾਹਮਣੇ ਆਏ ਸਨ ਕਿਉਂਕਿ ਵਾਹਨਾਂ ਦਾ ਕਾਬੂ ਨਹੀਂ ਰਹਿੰਦਾ, ਬੇਕਾਬੂ ਹੋ ਜਾਂਦੇ ਨੇ, ਜਿਸ ਕਰਕੇ ਹੋਰ ਵਾਹਨ ਵੀ ਉਸ ਵਾਹਨ ਦੀ ਚਪੇਟ ਵਿੱਚ ਆ ਸਕਦੇ ਨੇ, ਜਿਸ ਦੇ ਕਰਕੇ ਕਾਫੀ ਨੁਕਸਾਨ ਹੋ ਸਕਦਾ ਹੈ। ਅਜਿਹਾ ਪਹਿਲਾਂ ਹੋਇਆ ਵੀ ਹੈ, ਜਿਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਰਾਤ ਦੇ ਸਮੇਂ ਤਾਪਮਾਨ -10 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ ਤੇ ਠੰਡੀ ਹਵਾ ਚੱਲਣ ਦੇ ਬਾਰੇ ਵੀ ਜਾਣਕਾਰੀ ਦੱਸੀ ਗਈ ਹੈ। ਵੀਰਵਾਰ ਨੂੰ ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਸਪੈਸ਼ਲ ਵੈਦਰ ਸਟੇਟਮੈਂਟ ਵੀ ਅਪਡੇਟ ਕੀਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਦੀ ਸਵੇਰ ਤੱਕ ਕੜਾਕੇ ਦੀ ਠੰਡ ਪੈ ਸਕਦੀ ਹੈ। ਮੈਟਰੋ ਵੈਨਕੂਵਰ, ਫਰੇਜ਼ਰ ਵੈਲੀ ਇਹਨਾਂ ਖੇਤਰਾਂ ਵਿੱਚ -5 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੋ ਸਕਦਾ ਹੈ ਤੇ ਪੂਰਾ ਦਿਨ 5 ਡਿਗਰੀ ਤੱਕ ਇਹ ਤਾਪਮਾਨ ਪਹੁੰਚ ਸਕਦਾ ਹੈ। ਕੋਵਿਡ-19 ਦੇ ਕਰਕੇ ਕਈ ਵਪਾਰ ਕੁਝ ਇਸ ਤਰ੍ਹਾਂ ਪ੍ਰਭਾਵਿਤ ਹੋਏ ਕਿ ਕਈ ਸਾਲਾਂ ਤੋਂ ਪੁਰਾਣੇ ਵਪਾਰ ਸਨ ਜੋ ਕਈਆਂ ਨੂੰ ਆਪਣੇ ਦਰਵਾਜ਼ੇ ਬੰਦ ਵੀ ਕਰਨੇ ਪਏ ਤੇ ਕੁਝ ਆਪਣੇ ਵਪਾਰਾਂ ਨੂੰ ਬੰਦ ਕਰਨ ਦੇ ਲਈ ਤਿਆਰ ਨੇ, ਜਿਸ ਦੇ ਬਾਰੇ ਦੱਸਿਆ ਵੀ ਜਾ ਰਿਹਾ ਹੈ। ਤੇ ਕੁਝ ਅਜਿਹਾ ਹੀ ਮਾਮਲਾ ਇੱਕ ਟੋਰਾਂਟੋ ਤੋਂ ਸਾਹਮਣੇ ਆਇਆ ਤੇ ਇੱਕ ਪੁਰਾਣਾ ਵਪਾਰ ਜੋ ਕਿ ਬੰਦ ਹੋਣ ਦੇ ਕਗਾਰ ਤੇ ਹੈ ਤੇ ਇਸ ਦੌਰਾਨ ਇਸ ਵਪਾਰ ਦੀ ਮਦਦ ਵਾਸਤੇ ਡਰੇਕ ਨੇ ਉਸ ਵਪਾਰ ਨੂੰ ਖਰੀਦਣ ਦੀ ਗੱਲ ਕਹੀ ਹੈ। ਟੋਰਾਂਟੋ ਵਿੱਚ ਪੈਟੀਜ਼ ਵੇਚਣ ਵਾਲਾ ਇੱਕ ਵਪਾਰ ਜਿਸ ਦੇ ਮਾਲਕ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਜੋ ਹਾਲਾਤ ਬਣੇ ਹੋਏ ਨੇ ਕੋਵਿਡ-19 ਦੇ ਕਰਕੇ 2 ਸਾਲ ਤੋਂ ਤੇ ਨਾਲ ਹੀ ਹੋਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ, ਜਿਸ ਕਰਕੇ ਆਪਣੇ ਵਪਾਰ ਨੂੰ ਬੰਦ ਕਰਨ ਜਾ ਰਹੇ ਨੇ। ਐਗਲਿੰਟਨ ਐਵੇਨਿਊ ਦੇ ਉੱਤੇ ਮੌਜੂਦ ਹੈ ਰੈਂਡੀਜ਼, ਜਿਸ ਦੇ ਬਾਰੇ ਇਹ ਐਲਾਨ ਕੀਤਾ ਗਿਆ ਤਾਂ ਤੁਰੰਤ ਇਸ ਦੇ ਉੱਤੇ ਟੋਰਾਂਟੋ ਤੋਂ ਮਸ਼ਹੂਰ ਰੈਪਰ ਡਰੇਕ ਨੇ ਕਮੈਂਟ ਕੀਤਾ ਸੋਸ਼ਲ ਮੀਡੀਆ ਦੇ ਉੱਤੇ, ਜਿਸ ਦੇ ਵਿੱਚ ਡਰੇਕ ਨੇ ਕਿਹਾ ਕਿ ਉਹ ਇਸ ਵਪਾਰ ਨੂੰ ਖਰੀਦਣ ਲਈ ਤੁਰੰਤ ਤਿਆਰ ਹੈ। ਜਿਸ ਤੋਂ ਬਾਅਦ ਇਸ ਵਪਾਰ ਦੇ ਮਾਲਕ ਨੇ ਹੈਰਾਨੀ ਦਾ ਪ੍ਰਗਟਾਵਾ ਵੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਧਿਕਾਰਤ ਤੌਰ ਦੇ ਉੱਤੇ ਹਜੇ ਉਹਨਾਂ ਨੂੰ ਲਿਖਤੀ ਰੂਪ ਵਿੱਚ ਜਾਂ ਫਿਰ ਡਰੇਕ ਦੇ ਵੱਲੋਂ ਅਜਿਹਾ ਹਜੇ ਨਹੀਂ ਕਿਹਾ ਗਿਆ ਹੈ, ਪਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਰੈਂਡੀਜ਼ ਦੇ ਵੱਲੋਂ ਇਹ ਪੋਸਟ ਪਾਇਆ ਗਿਆ ਸੀ ਤਾਂ ਉਸ ਦੇ ਹੇਠਾਂ ਡਰੇਕ ਨੇ ਕਮੈਂਟ ਕੀਤਾ ਹੈ, ਜਿਸ ਦੇ ਵਿੱਚ ਇਸ ਵਪਾਰ ਨੂੰ ਖਰੀਦਣ ਦੀ ਗੱਲ ਕਹੀ ਗਈ ਹੈ। ਜਿਸ ਤੋਂ ਬਾਅਦ ਹੁਣ ਉਮੀਦ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਲੰਮੇ ਸਮੇਂ ਤੋਂ ਕਾਫੀ ਮਸ਼ਹੂਰ ਰੈਂਡੀਜ਼ ਦੀਆਂ ਪੈਟੀਜ਼ ਨੇ ਜੋ ਕਿ ਹੁਣ ਵਪਾਰ ਕੁਝ ਇਸੇ ਤਰ੍ਹਾਂ ਚੱਲ ਸਕਦਾ ਹੈ ਜੇਕਰ ਡਰੇਕ ਦੇ ਵੱਲੋਂ ਖਰੀਦ ਲਿਆ ਜਾਂਦਾ ਹੈ, ਜਿਸ ਤੋਂ ਉਮੀਦ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਟੇਕ ਆਊਟ ਸਰਵਿਸ ਨੂੰ ਸੀਮਤ ਕਰਦੇ ਹੋਏ ਇਹ ਦੱਸਿਆ ਗਿਆ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਫਰਵਰੀ 26, 2022 ਨੂੰ ਦਿਨ ਸ਼ਨੀਵਾਰ ਤੋਂ ਉਹ ਇਸ ਸਰਵਿਸ ਨੂੰ ਬੰਦ ਕਰਨ ਜਾ ਰਹੇ ਨੇ। ਤਾਂ ਓਨਟਾਰੀਓ ਦੇ ਓਕਵਿਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਸਿਨੇਮਾ ਘਰ ਵਿੱਚ ਸਕਰੀਨਜ਼ ਨੂੰ ਫਾੜਿਆ ਗਿਆ 2 ਵਿਅਕਤੀਆਂ ਦੇ ਵੱਲੋਂ, ਜਿਨ੍ਹਾਂ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ ਤੇ ਇਹਨਾਂ ਨੂੰ ਲੱਭਣ ਦੇ ਵਾਸਤੇ ਸਹਿਯੋਗ ਮੰਗਿਆ ਜਾ ਰਿਹਾ ਹੈ। ਓਨਟਾਰੀਓ ਦੇ ਓਕਵਿਲ ਵਿੱਚ ਫਰਵਰੀ 23 ਨੂੰ ਸ਼ਾਮ ਦੇ 5:40 ਦੇ ਉੱਤੇ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ 2 ਜਣੇ ਇੱਕ ਸਿਨੇਮਾ ਘਰ ਵਿੱਚ ਦਾਖਲ ਹੋਏ। ਜਦੋਂ ਸਪਾਈਡਰਮੈਨ ਫਿਲਮ ਚੱਲ ਰਹੀ ਸੀ ਤਾਂ ਦੋਵਾਂ ਨੇ 2 ਵੱਖੋ-ਵੱਖਰੇ ਥੀਏਟਰਸ ਦੇ ਵਿੱਚ ਜਾ ਕੇ ਚਾਕੂਆਂ ਨਾਲ ਸਕਰੀਨਸ ਫਾੜ ਦਿੱਤੀਆਂ, ਜਿਸ ਤੋਂ ਬਾਅਦ ਇਹਨਾਂ 2 ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਜੋ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਸਿਨੇਮਾ ਘਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਹੀ ਉਹ ਕੋਵਿਡ-19 ਦੇ ਕਰਕੇ ਨੁਕਸਾਨ ਦੀ ਮਾਰ ਚੱਲ ਰਹੇ ਸਨ ਤਾਂ ਜਦੋਂ ਇਹਨਾਂ 2 ਸਕਰੀਨਸ ਦਾ ਨੁਕਸਾਨ ਕੀਤਾ ਗਿਆ ਹੈ ਤਾਂ ਉਹਨਾਂ ਦਾ ਕਰੀਬ $4500 ਦਾ ਨੁਕਸਾਨ ਹੋਇਆ ਹੈ। ਪੁਲਿਸ ਨੇ ਇਹਨਾਂ ਦੀ ਪਛਾਣ ਹਜੇ ਕੋਈ ਨਹੀਂ ਦੱਸੀ ਹੈ, ਪਰ ਇਹਨਾਂ ਨੂੰ ਜੇਕਰ ਕੋਈ ਵੀ ਪਛਾਣਦਾ ਹੋਵੇ ਤਾਂ ਇਹਨਾਂ ਦੇ ਬਾਰੇ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਇਹਨਾਂ ਦੀ ਹਜੇ ਗ੍ਰਿਫਤਾਰੀ ਨਹੀਂ ਹੋਈ ਹੈ, ਜਿਨ੍ਹਾਂ ਨੂੰ ਹਜੇ ਲੱਭਿਆ ਜਾ ਰਿਹਾ ਹੈ। ਤਾਂ ਉਧਰ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ, ਰਸ਼ੀਆ ਨੇ ਹਮਲਾ ਕੀਤਾ ਹੈ ਤਾਂ ਯੂਕਰੇਨੀਅਨ ਜਿਨ੍ਹਾਂ ਦੀ ਮਦਦ ਦੇ ਵਾਸਤੇ ਕੈਨੇਡਾ ਦੇ ਵੱਲੋਂ ਦਾਅਵਾ ਵੀ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਬਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਬਿਆਨ ਜਾਰੀ ਕੀਤਾ ਹੈ ਕਿ ਜੋ ਯੂਕਰੇਨੀਅਨ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਫਾਈਲਾਂ ਲਾਈਆਂ ਗਈਆਂ ਉਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਦੇਖਿਆ ਜਾ ਰਿਹਾ ਹੈ। 18,000 ਅਪਰੂਵਲ ਵੀ ਦਿੱਤੇ ਗਏ ਨੇ, ਜਿਸ ਦੇ ਬਾਰੇ ਇਮੀਗ੍ਰੇਸ਼ਨ ਮੰਤਰੀ ਨੇ ਦਾਅਵਾ ਕੀਤਾ ਹੈ ਤੇ ਇਸ ਦੇ ਨਾਲ ਹੀ ਜੋ ਪਹਿਲਾਂ ਤੋਂ ਕੈਨੇਡਾ ਵਿੱਚ ਯੂਕਰੇਨੀਅਨ ਮੌਜੂਦ ਨੇ ਤੇ ਉਹ ਅੱਗੇ ਹੋਰ ਸਟੇ ਵਧਾਉਣਾ ਚਾਹੁੰਦੇ ਨੇ ਤਾਂ ਉਸ ਦੇ ਵਾਸਤੇ ਵੀ ਮਦਦ ਕੀਤੀ ਜਾ ਰਹੀ ਹੈ। ਹੁਣ ਉਹਨਾਂ ਦੀ ਮਦਦ ਦੇ ਲਈ ਵੱਖੋ ਵੱਖਰੇ ਅੱਗੇ ਹੋਰ ਪ੍ਰੋਗਰਾਮਸ ਦਾ ਐਲਾਨ ਵੀ ਹੋ ਸਕਦਾ ਹੈ ਕਿ ਜੋ ਯੂਕਰੇਨ ਦੇ ਵਿੱਚ ਇਸ ਸਮੇਂ ਮੌਜੂਦ ਨੇ ਤੇ ਉਹ ਕੈਨੇਡਾ ਵੀ ਆਉਣਾ ਚਾਹੁੰਦੇ ਨੇ ਤੇ ਫਾਈਲਾਂ ਲਾਈਆਂ ਹੋਈਆਂ ਨੇ
ਉਹਨਾਂ ਦੀ ਫਾਈਲਾਂ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਇਸ ਦੇ ਬਾਰੇ ਵੀ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਜਾਣਕਾਰੀ ਦਿੱਤੀ ਅੱਜ ਇੱਕ ਇੰਟਰਵਿਊ ਦੇ ਵਿੱਚ। ਤੇ ਕੈਨੇਡਾ ਵਿੱਚ ਜਿਹੜੇ ਕਿ ਪਹਿਲਾਂ ਤੋਂ ਮੌਜੂਦ ਨੇ, ਅੱਗੇ ਆਪਣੇ ਸਟੇਟਸ ਨੂੰ ਵਧਾਉਣਾ ਚਾਹੁੰਦੇ ਨੇ, ਉਸ ਦੇ ਵਾਸਤੇ ਵੀ ਮਦਦ ਦਿੱਤੀ ਜਾ ਰਹੀ ਹੈ। ਤਾਂ ਉਧਰ ਓਨਟਾਰੀਓ ਦੇ ਇਮੀਗ੍ਰੇਸ਼ਨ ਵਿਭਾਗ ਨੇ 24 ਫਰਵਰੀ ਨੂੰ ਇੱਕ ਤਾਜ਼ਾ ਡਰਾਅ ਕੱਢਿਆ, ਜਿਸ ਦੇ ਵਿੱਚ 818 ਜਣਿਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ PNP ਦੇ, ਜਿਸ ਦੇ ਵਿੱਚ ਇਹ ਹੈ ਕਿ ਓਨਟਾਰੀਓ ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡਸ ਸਟਰੀਮ ਹੈ ਜੋ ਉਸ ਦਾ ਡਰਾਅ ਕੱਢਿਆ ਗਿਆ, ਜਿਸ ਦੇ ਵਿੱਚ 24 ਫਰਵਰੀ 2021 ਤੋਂ ਲੈ ਕੇ 24 ਫਰਵਰੀ 2022 ਤੱਕ ਦੀਆਂ ਜੋ ਫਾਈਲਾਂ ਲੱਗੀਆਂ ਹੋਈਆਂ ਸਨ, ਉਹਨਾਂ ਵਿੱਚੋਂ ਚੋਣ ਹੋਈ ਹੈ। ਜੋ ਇਨਵੀਟੇਸ਼ਨ ਭੇਜੇ ਗਏ ਨੇ 818 ਜਣਿਆਂ ਨੂੰ ਇਹ ਇਨਵੀਟੇਸ਼ਨ ਗਏ ਨੇ, ਜਿਨ੍ਹਾਂ ਨੂੰ ਜਦੋਂ ਵੀ OINP ਦਾ ਅਪਰੂਵਲ ਆ ਜਾਂਦਾ, ਯਾਨੀ ਕਿ ਓਨਟਾਰੀਓ ਇਮੀਗ੍ਰੇਸ਼ਨ ਨੋਮਨੀ ਪ੍ਰੋਗਰਾਮ, ਤਾਂ ਉਸ ਤੋਂ ਬਾਅਦ ਉਹ ਅੱਗੇ ਕੈਨੇਡਾ ਦੀ PR ਦੇ ਵਾਸਤੇ ਅਪਲਾਈ ਕਰ ਸਕਣਗੇ। ਇਸ ਦੇ ਨਾਲ ਹੀ ਅੱਜ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।